ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਨੂੰ ਜਪਜੀ ਸਾਹਿਬ ਬਾਣੀ ਅੰਦਰ ਉਪਦੇਸ਼ ਬਖਸ਼ੇ ਨੇ। 32 ਪੌੜੀਆਂ ਤੱਕ ਅਸੀਂ ਕਥਾ ਸਰਵਣ ਕੀਤੀ ਹੈ, ਜਿੱਥੇ ਮਹਾਰਾਜ ਬਚਨ ਕੀਤੇ ਵੀ ਜਿਹੜੀ ਸੋ ਵਿਚਾਰਨਾ, ਪਹਿਲਾਂ ਉਪਾਸਨਾ ਕਥਨ ਕੀਤੀ ਹੈ। 7 ਗਿਆਨ ਦੀਆਂ ਭੂਮਿਕਾ ਹਨ, ਜਿਨ੍ਹਾਂ ਵਿੱਚ ਪਹਿਲੀ ਉਪਾਸਨਾ ਹੈ। ਉਪਾਸਨਾ ਦੇ ਵਿੱਚ ਕਿ ਇੱਕ ਤੋਂ ਲੱਖਾਂ ਜੀਵ ਹੋ ਜਾਵੇ ਔਰ ਲੱਖਾਂ ਹੀ ਗੇੜਾ ਸੰਸਾਰ ਵਿੱਚ ਆ ਕੇ ਪਰਮਾਤਮਾ ਦੀ ਬੰਦਗੀ ਕਰਦੇ ਰਹੀਏ। ਉਹ ਜਿਹੜੇ ਨਾਮ ਦੇ ਰਸੀਏ ਤੱਤ ਵੇਤੇ ਬ੍ਰਹਮ ਗਿਆਨੀ ਹਨ, ਉਹਨਾਂ ਦੀ ਇਹ ਅਵਸਥਾ ਹੈ। ਪਰ ਸਾਧ ਸੰਗਤ ਜੇ ਕੋਈ ਉਹਨਾਂ ਦੀ ਰੀਸ ਕਰਦਾ ਤਾਂ ਮਹਾਰਾਜ ਕਹਿੰਦੇ ਉਹਨਾਂ ਝੂਠਿਆਂ ਦੀਆਂ ਝੂਠੀਆਂ ਹੀ ਗੱਪਾਂ ਹੁੰਦੀਆਂ ਨੇ। ਉਹ ਜੀਵ ਆਪ ਝੂਠੇ ਹੁੰਦੇ ਨੇ, ਫਿਰ ਲੋਕਾਂ ਨੂੰ ਖੁਸ਼ ਕਰਨ ਵਾਸਤੇ ਗੱਪਾਂ ਮਾਰਦੇ ਨੇ। ਹੁਣ ਅੱਗੇ ਸੋ ਵਿਚਾਰਨਾ ਕਥਨ ਕਰਦੇ ਨੇ। ਸਿੱਧ ਕਹਿਣ ਲੱਗੇ ਮਹਾਰਾਜ ਜੀ, ਉਸ ਪਰਮਾਤਮਾ ਦਾ ਜੋ ਇਹ ਦੱਸੋ ਕਿ ਜ਼ੋਰ ਕਿੰਨਾ ਹੈ, ਜਾਂ ਭਗਤਾਂ ਵਿੱਚ ਜਾਂ ਕਿਸੇ ਦੇ ਕਹਿਣ ਵਿੱਚ ਜ਼ੋਰ ਹੈ। ਤਾਂ ਸਤਿਗੁਰੂ ਜੀ ਦੱਸਦੇ ਨੇ, ਭਾਈ ਉਸ ਪਰਮਾਤਮਾ ਦੇ ਅੰਦਰ ਸਾਰਾ ਜ਼ੋਰ ਹੈ। ਜਿਹੜੇ ਭਗਤ ਨੇ ਉਸ ਨਾਲ ਮਿਲੇ ਹੋਏ ਨੇ, ਉਹਨਾਂ ਵਿੱਚ ਵੀ ਜ਼ੋਰ ਹੈ। ਪਰ ਜੇ ਆਪੋਂ ਕੋਈ ਚਾਹੇ ਤਾਂ ਉਹਦੇ ਵਿੱਚ ਜ਼ੋਰ ਨਹੀਂ ਆ ਸਕਦਾ। ਉਹ ਹੁਕਮ 'ਚ ਕਾਰ ਕਰਨ ਵਾਲਾ ਹੈ। ਆਪਣੇ ਜ਼ੋਰ ਦੇ ਨਾਲ ਮਨੁੱਖ ਕੁਝ ਵੀ ਨਹੀਂ ਕਰ ਸਕਦਾ। ਸਾਰਾ ਜ਼ੋਰ ਉਸ ਵਾਹਿਗੁਰੂ ਦਾ ਹੈ। ਉਸ ਵਾਹਿਗੁਰੂ ਨੇ ਸਰੀਰ ਦੇ ਅੰਦਰ ਚੇਤਨ ਸੱਤਾ ਰੱਖੀ ਹੋਈ ਹੈ, ਜੋਤ ਪਾਈ ਹੋਈ ਹੈ। ਜਬ ਆਪਣੀ ਜੋਤ ਖਿੰਚੇ ਤੂੰ ਸੁਆਮੀ, ਤਬ ਕੋਈ ਕਿਛ ਕਰੋ ਦਿਖਾ ਸਿਆਣੀ ਹੈ। ਜਦੋਂ ਉਹ ਵਾਹਿਗੁਰੂ ਆਪਣੀ ਜੋਤ ਖਿੱਚ ਲੈਂਦਾ ਨਾ ਸਰੀਰ ਵਿੱਚੋਂ, ਫਿਰ ਭਾਵੇਂ ਕੋਈ ਕਿੰਨਾ ਹੀ ਤਾਕਤਵਰ ਹੋਵੇ, ਭਾਵੇਂ ਕਿੰਨਾ ਹੀ ਵਿਦਵਾਨ ਹੋਵੇ, ਕਿੱਡਾ ਵੱਡਾ ਵੈਦ ਹੋਵੇ, ਕਿੱਡਾ ਵੱਡੀ ਤਾਕਤ ਵਾਲਾ ਅਵਤਾਰ ਹੋਵੇ, ਪੈਗੰਬਰ ਹੋਵੇ, ਫਕੀਰ ਹੋਵੇ, ਰਾਜਾ ਹੋਵੇ, ਅਮੀਰ ਹੋਵੇ, ਕੁਝ ਵੀ ਕਹਿ ਲਈਏ, ਕੁਝ ਨਹੀਂ ਕਰ ਸਕਦਾ। ਓਨਾ ਸਮਾਂ ਹੀ ਹੈ ਜਿੰਨਾ ਸਮਾਂ ਅੰਦਰ ਜੋਤ ਹੈ। ਇਸ ਲਈ ਸਤਿਗੁਰੂ ਜੀ ਫਰਮਾਉਂਦੇ ਨੇ, ਆਖਣ ਜੋਰ ਚੁੱਪੈ ਨਹਿ ਜੋਰ। ਹੇ ਭਾਈ, ਕਿਸੇ ਦਾ ਆਖਣ ਵਿੱਚ ਵੀ ਕੁਝ ਜ਼ੋਰ ਨਹੀਂ ਹੈ। ਪਰਮਾਤਮਾ ਦੇ ਗੁਣ ਆਖਣ ਵਿੱਚ ਵੀ ਜ਼ੋਰ ਨਹੀਂ ਹੈ। ਤੇ ਆਪੋਂ ਵੀ ਕੋਈ ਮਨੁੱਖ ਕਹੇ ਵੀ ਮੈਂ ਆਹ ਕੁਝ ਆਖ ਦੇਵਾਂਗਾ, ਆਹ ਕੁਝ ਬੋਲ ਦੇਵਾਂਗਾ, ਇਹਦੇ ਵਿੱਚ ਵੀ ਜ਼ੋਰ ਨਹੀਂ। ਜਿਵੇਂ ਇਹ ਵਾਰਤਾ ਆਉਂਦੀ ਹੈ, ਕਹਿੰਦੇ ਜਿਹੜਾ ਕੁੰਭਕਰਨ ਸੀ ਸਾਧ ਸੰਗਤ, ਰਾਵਣ ਦਾ ਭਰਾ, ਇਹਦੀ ਦੇਹ ਬਹੁਤ ਵੱਡੀ ਸੀ। ਪੁਰਾਣਾਂ ਵਿੱਚ ਲਿਖਿਆ ਹੋਇਆ ਹੈ, ਅੱਖਾਂ ਦੇ ਸਾਹਮਣੇ ਜਿਹੜਾ ਮਨੁੱਖ ਦੇਖ ਲੈਂਦਾ ਸੀ ਉਹਨੂੰ ਖਾ ਜਾਂਦਾ ਸੀ। ਇਹਨੇ ਬ੍ਰਹਮਾ ਦੀ ਉਪਾਸਨਾ ਕੀਤੀ ਕਿ ਮੈਂ 6 ਮਹੀਨੇ ਜਾਗਣਾ ਕਰਾਂ ਤੇ 1 ਦਿਨ ਸੌਣਾ ਕਰਾਂ, ਇਹ ਮੰਗਾਂਗਾ। ਬ੍ਰਹਮਾ ਨੇ ਵਿਚਾਰ ਕੀਤੀ ਵੀ ਜੇ ਇਹ 6 ਮਹੀਨੇ ਜਾਗ ਪਿਆ ਤੇ ਇਹ ਸਾਰੀ ਧਰਤੀ ਮੁਕੋ ਦੂ, ਜੋ ਜੀਵ ਦਿਸਦੇ ਨੇ ਇਹਨਾਂ ਨੂੰ ਖਾ ਜਾਏਗਾ। ਤਾਂ ਉਸ ਸਮੇਂ ਇਹਦੀ ਜ਼ੁਬਾਨ ਉਲਟਾ ਦਿੱਤੀ। ਜਦੋਂ ਇਹ ਤਪ ਕਰਕੇ ਵਰ ਮੰਗਣ ਲੱਗਿਆ, ਇਹਨੇ ਮੰਗਣਾ ਸੀ ਕਿ ਮੈਂ 6 ਮਹੀਨੇ ਜਾਗਾਂ ਤੇ 1 ਦਿਨ ਸੌਵਾਂ, ਤੇ ਇਹਦੀ ਜ਼ੁਬਾਨ ਐਸੀ ਉਲਟੀ, ਕਹਿਣ ਲੱਗਿਆ ਵੀ ਮੈਂ 6 ਮਹੀਨੇ ਸੌਵਾਂ ਤੇ 1 ਦਿਨ ਜਾਗਾਂ। ਤਾਂ ਉਸ ਸਮੇਂ ਕਹਿੰਦੇ ਫਿਰ ਇਹ 6 ਮਹੀਨੇ ਸੌਂਦਾ ਸੀ। ਕਲਗੀਧਰ ਮਹਾਰਾਜ ਜੀ ਨੇ 10ਵੇਂ ਗ੍ਰੰਥ ਮਹਾਰਾਜ ਦੇ ਵਿੱਚ ਲਿਖਿਆ ਕਿ ਜਦੋਂ ਇਸ ਨੂੰ ਰਾਵਣ ਨੇ ਯੁੱਧ ਦੇ ਸਮੇਂ ਜਗਾਉਣ ਵਾਸਤੇ ਯਤਨ ਕੀਤੇ, ਇਹਦੇ ਕੰਨਾਂ ਦੇ ਵਿੱਚ ਢੋਲ ਵਜਾਉਣਾ ਕੀਤੇ ਸਨ, ਫਿਰ ਵੀ ਕਿਤੇ ਜਾਗਿਆ ਨਹੀਂ ਸੀ।
ਇਸ ਤਰ੍ਹਾਂ ਮਹਾਰਾਜ ਕਹਿੰਦੇ ਕਿਸੇ ਦਾ ਕੋਈ ਆਖਣ ਵਿੱਚ ਵੀ ਜ਼ੋਰ ਨਹੀਂ ਹੈ ਵੀ ਇਨਸਾਨ ਕਹੇ ਕਿ ਮੈਂ ਆਹ ਚੀਜ਼ ਆਖ ਦਵਾਂਗਾ। ਆਖਣ ਤੋਂ ਪਹਿਲਾਂ ਹੀ ਵਿਚਾਰ ਬਦਲ ਜਾਂਦੇ ਨੇ। ਚੁੱਪੈ ਨਹਿ ਜ਼ੋਰ, ਤੇ ਨਾ ਹੀ ਕਿਸੇ ਦਾ ਚੁੱਪ ਕਰਨ ਵਿੱਚ ਜ਼ੋਰ ਹੈ। ਜੇ ਕੋਈ ਕਹੇ ਵੀ ਮੈਂ ਚੁੱਪ ਕਰ ਜਾਵਾਂਗਾ, ਜਿਵੇਂ ਇੱਕ ਮਹਾਤਮਾ ਸਨ, ਆਪਣੇ ਚੇਲੇ ਨੂੰ ਕਹਿਣ ਲੱਗੇ, ਭਾਈ ਤੂੰ ਚੁੱਪ ਕਰਕੇ ਬੈਠਾ ਰਹੀਂ ਤੇ ਨਾਮ ਜਪੀ ਚੱਲੀ, ਕੋਈ ਵੀ ਤੇਰੇ ਕੋਲ ਆਵੇ ਉਹਨੂੰ ਕੋਈ ਵਾਰ ਸ਼ਰਾਪ ਨਹੀਂ ਦੇਣਾ। ਮਹਾਤਮਾ ਆਪ ਚਲੇ ਗਏ। ਉਧਰੋਂ ਰਾਜਾ ਮਹਾਂਪੁਰਖਾਂ ਦੇ ਦਰਸ਼ਨ ਕਰਨ ਵਾਸਤੇ ਆਇਆ, ਦੇਖਿਆ ਮਹਾਂਪੁਰਖ ਤਾਂ ਹੈ ਨਹੀਂ, ਉਹਨਾਂ ਦਾ ਚੇਲਾ ਬੈਠਾ ਹੈ। ਰਾਜੇ ਨੇ ਆ ਕੇ ਬੜੇ ਪਿਆਰ ਨਾਲ ਬੇਨਤੀਆਂ ਕੀਤੀਆਂ, ਜੀ ਮੇਰੇ ਘਰ ਪੁੱਤਰ ਨਹੀਂ ਹੈ ਤੇ ਮੈਨੂੰ ਪੁੱਤਰ ਦੀ ਦਾਤ ਬਖਸ਼ੋ। ਤੇ ਇਹ ਇੱਕੇਦਮ ਬੋਲ ਪਿਆ ਵੀ ਹਾਂ ਤੇਰੇ ਘਰ ਪੁੱਤਰ ਹੋ ਜਾਵੇਗਾ। ਤੇ ਉਧਰ ਸਾਧ ਸੰਗਤ, ਰਾਜਾ ਚਲਿਆ ਗਿਆ। ਮਹਾਂਪੁਰਖ ਜਦੋਂ ਆਏ, ਉਹਨਾਂ ਨੇ ਪੁੱਛਿਆ ਵੀ ਕੋਈ ਆਇਆ ਸੀ? ਕਹਿਣ ਲੱਗਿਆ ਜੀ ਇੱਕ ਰਾਜਾ ਆਇਆ ਸੀ, ਉਹਨੇ ਪੁੱਤਰ ਦੀ ਦਾਤ ਮੰਗੀ ਤੇ ਮੇਰੇ ਕੋਲੋਂ ਬਚਨ ਹੋ ਗਿਆ ਵੀ ਤੇਰੇ ਘਰ ਪੁੱਤਰ ਹੋ ਜਾਵੇਗਾ। ਮਹਾਂਪੁਰਖ ਕਹਿਣ ਲੱਗੇ ਵੀ ਹੁਣ ਮੈਂ ਤਾਂ ਪੁੱਤਰ ਬਣਨਾ ਨਹੀਂ, ਜਾਂ ਤੂੰ ਪੁੱਤਰ ਬਣਨਾ ਕਰ ਉਹਦਾ। ਤੇ ਇਸ ਕਰਕੇ ਸਾਧ ਸੰਗਤ ਉਹਦੇ ਰਾਜੇ ਦੇ ਘਰ ਇਸ ਨੂੰ ਪੁੱਤਰ ਬਣ ਕੇ ਜਨਮਣਾ ਪਿਆ। ਪਰ ਇਹ ਬੋਲੇ ਨਾ। ਰਾਜੇ ਨੇ ਇਹਦੀ ਪਾਲਣਾ ਕੀਤੀ, 18 ਸਾਲ ਦਾ ਹੋ ਗਿਆ ਪਰ ਬੋਲੇ ਕੁਝ ਨਾ। ਰਾਜਾ ਬੜਾ ਦੁਖੀ ਵੀ ਇਹ ਬੋਲਦਾ ਕਿਉਂ ਨਹੀਂ ਹੈ। ਇਹਨੂੰ ਇੰਨੀ ਕੁ ਸੁੱਧ ਸੀ ਕਿ ਮੇਰੇ ਪਿਛਲੇ ਜਨਮ 'ਚ ਕੀ ਹੋਇਆ, ਇਹ ਜਾਨਵਰਾਂ ਨੂੰ ਵੀ ਸੁਣ ਲੈਂਦਾ ਸੀ, ਇਹਦੇ ਕੋਲ ਇਹ ਤਾਕਤ ਸੀ। ਇੱਕ ਦਿਨ ਰਾਜੇ ਨੇ ਸੋਚਿਆ ਵੀ ਇਸ ਨੂੰ ਸ਼ਿਕਾਰ ਖੇਡਣ ਨਾਲ ਲੈ ਕੇ ਜਾਣਾ। ਆਪਣੇ ਨਾਲ ਲੈ ਗਿਆ। ਜਦੋਂ ਜੰਗਲ ਦੇ ਵਿੱਚ ਸ਼ਿਕਾਰ ਕਰਨ ਲੱਗੇ, ਇੱਕ ਸੈਹਾ ਅੱਗੇ ਦੌੜ ਪਿਆ। ਉਹ ਸੈਹਾ ਸਾਧ ਸੰਗਤ ਸ਼ਿਕਾਰੀਆਂ ਤੋਂ ਆਪਣੀ ਜਾਨ ਬਚਾ ਕਰਕੇ ਖੁੱਡ ਵਿੱਚ ਵੜ ਗਿਆ। ਤੇ ਉਧਰ ਉਹਨੇ ਅੰਦਰ ਜਾ ਕੇ ਜਿਹੜੇ ਦੂਜੇ ਸੈਹੇ ਸਨ ਉਹਨਾਂ ਨੂੰ ਕਹਿਣ ਲੱਗਿਆ ਵੀ ਦੇਖੋ ਮੈਂ ਚਲਾਕੀ ਨਾਲ ਅੰਦਰ ਆ ਗਿਆ। ਕਹਿੰਦਾ ਮੈਂ ਇੰਨਾ ਚੁਸਤ ਚਲਾਕ ਹਾਂ, ਮੈਂ ਜਾਨ ਬਚਾ ਕੇ ਆ ਗਿਆ। ਜਿਹੜੇ ਕੁੱਤੇ ਸਨ ਉਹਨਾਂ ਨੂੰ ਪਤਾ ਲੱਗ ਗਿਆ ਵੀ ਸਾਨੂੰ ਇਹਨੇ ਬੋਲੀ ਮਾਰੀ ਹੈ। ਉਹ ਸਮਝ ਗਏ, ਕਿਉਂਕਿ ਜਾਨਵਰ ਇੱਕ ਦੂਜੇ ਦੀ ਬੋਲੀ ਸਮਝ ਲੈਂਦੇ ਨੇ, ਸੁਣ ਲੈਂਦੇ ਨੇ। ਉਹਨਾਂ ਨੇ ਉਸੇ ਸਮੇਂ ਘੋਰਣਾ ਪੱਟਣਾ ਸ਼ੁਰੂ ਕਰ ਦਿੱਤਾ ਤੇ ਇਹਨੂੰ ਘੋਰਣੇ ਵਿੱਚੋਂ ਕੱਢ ਕੇ ਮਾਰ ਲਿਆ। ਤੇ ਉਧਰ ਜਿਹੜਾ ਰਾਜੇ ਦਾ ਲੜਕਾ ਸੀ ਬਹੁਤ ਉੱਚੀ ਉੱਚੀ ਹੱਸਣ ਲੱਗ ਪਿਆ। ਰਾਜਾ ਸੋਚਦਾ ਵੀ ਅੱਗੇ ਤਾਂ ਕਦੇ ਬੋਲਿਆ ਵੀ ਨਹੀਂ, ਹੱਸਿਆ ਨਹੀਂ, ਅੱਜ ਕੀ ਗੱਲ ਹੋ ਗਈ। ਪੁੱਛਣ ਲੱਗਿਆ ਇਹਨੂੰ, ਕਹਿਣ ਲੱਗਿਆ ਤੂੰ ਅੱਜ ਤੋਂ 18 ਸਾਲ ਪਹਿਲਾਂ ਮਹਾਤਮਾ ਦੇ ਕੋਲ ਜਾ ਕੇ ਵਰ ਮੰਗਿਆ ਸੀ ਤੇ ਮੈਂ ਉਹੀ ਹਾਂ। ਵਰ ਦੇਣ ਕਰਕੇ ਮੈਨੂੰ ਤੇਰੇ ਘਰ ਪੁੱਤਰ ਬਣਨਾ ਪਿਆ। ਪਰ ਮੈਂ ਸੋਚਿਆ ਵੀ ਜੇ ਮੈਂ ਆਪਣੇ ਮਹਾਤਮਾ ਦੀ, ਮਹਾਂਪੁਰਖ ਦੀ ਗੱਲ ਮੰਨ ਲੈਂਦਾ ਵੀ ਚੁੱਪ ਰਹੀ, ਕੁਛ ਵਰ ਨਾ ਦੇਈ, ਤਾਂ ਫਿਰ ਮੈਨੂੰ ਤੇਰੇ ਘਰ ਜਨਮ ਥੋੜ੍ਹੀ ਮਿਲਣਾ ਸੀ। ਬਸ ਉਹ ਇੰਨੀ ਗਲਤੀ ਹੋਈ, ਮੈਂ ਫਿਰ ਬੋਲਣਾ ਹੀ ਨਹੀਂ। ਇਹ ਮਨ ਵਿੱਚ ਧਾਰਨ ਲਿਆ ਵੀ ਮੈਂ ਬੋਲਣਾ ਹੀ ਨਹੀਂ ਬਿਲਕੁਲ ਵੀ। ਜਨਮ ਲੈ ਕੇ ਮੈਂ 18 ਸਾਲ ਤੱਕ ਬੋਲਿਆ ਨਹੀਂ। ਪਰ ਅੱਜ ਇਸ ਕਰਕੇ ਹੱਸਿਆ ਕਿਉਂਕਿ ਇੱਧਰ ਦੇਖੋ ਜਿਹੜਾ ਸੈਹਾ ਜੇ ਤਾਂ ਘੋਰਣੇ 'ਚ ਵੜ ਕੇ ਚੁੱਪ ਕਰ ਜਾਂਦਾ ਫਿਰ ਤਾਂ ਬਚ ਜਾਂਦਾ, ਪਰ ਉਹਨੇ ਬੋਲੀ ਮਾਰੀ ਕਿ ਮੈਂ ਬਚ ਕੇ ਆ ਗਿਆ, ਮੈਂ ਚਲਾਕੀ ਕੀਤੀ ਹੈ ਤਾਂ ਹੀ ਮਾਰਿਆ ਗਿਆ। ਇਸ ਤਰ੍ਹਾਂ ਚੁੱਪ ਰਹਿਣ ਵਿੱਚ ਵੀ ਜ਼ੋਰ ਨਹੀਂ ਹੈ। ਸਤਿਗੁਰੂ ਮਹਾਰਾਜ ਕਹਿੰਦੇ ਕੋਈ ਮਨੁੱਖ ਆਪੂ ਚੁੱਪ ਵੀ ਨਹੀਂ ਕਰ ਸਕਦਾ। ਆਖਣ ਜੋਰ ਚੁੱਪੈ ਨਹਿ ਜੋਰ,
ਜਿਹੜਾ ਪਰਮੇਸ਼ਰ ਦਾ ਨਾਮ ਆਖਣਾ ਹੈ ਨਾ, ਅਸੀਂ ਕਹਿੰਦੇ ਆ ਵੀ ਤੂੰ ਬਾਣੀ ਪੜ੍ਹ ਲਾ ਬਈ। ਹੁਣ ਜ਼ੁਬਾਨ ਤਾਂ ਸਾਰਿਆਂ ਕੋਲ ਹੀ ਹੈ ਨਾ, ਤੇ ਬਾਣੀ ਸਾਰਿਆਂ ਨੂੰ ਪੜ੍ਹਨੀ ਆਉਂਦੀ ਹੈ, ਪਰ ਪੜ੍ਹੀ ਕਿਉਂ ਨਹੀਂ ਜਾਂਦੀ? ਕਿਉਂਕਿ ਪਰਮੇਸ਼ਰ ਦਾ ਨਾਮ ਆਖਣ ਵਿੱਚ ਕਿਸੇ ਦਾ ਜ਼ੋਰ ਨਹੀਂ ਹੈ। ਅਸੀਂ ਕਹਿੰਦੇ ਆ ਭਾਈ ਤੂੰ ਮਾੜਾ ਨਾ ਬੋਲ, ਚੁੱਪ ਕਰ ਜਿਆ ਕਰ। ਕਿੰਨਾ ਗੁਰਬਾਣੀ ਕਹਿੰਦੀ ਹੈ ਵੀ ਚੁਗਲੀ ਨਹੀਂ ਕਰਨੀ ਚਾਹੀਦੀ, ਝੂਠ ਨਹੀਂ ਬੋਲਣਾ ਚਾਹੀਦਾ, ਨਿੰਦਿਆ ਨਹੀਂ ਕਰਨੀ ਚਾਹੀਦੀ, ਚੁੱਪ ਰਹਿਣਾ ਚਾਹੀਦਾ ਇਹਨਾਂ ਵੱਲੋਂ। ਪਰ ਮਨੁੱਖ ਫਿਰ ਵੀ ਸਾਧ ਸੰਗ ਨਿੰਦਿਆ ਕਰਦਾ ਹੈ, ਝੂਠ ਬੋਲਦਾ ਹੈ। ਚੁੱਪੈ ਨਹਿ ਜੋਰ, ਚੁੱਪ ਰਹਿਣ ਵਿੱਚ ਵੀ ਜ਼ੋਰ ਨਹੀਂ ਹੈ ਕਿ ਮਨ ਅੰਦਰੋਂ ਚੁੱਪ ਕਰ ਜਾਏ। ਮਨ ਅੰਦਰੋਂ ਕੁਝ ਨਾ ਕੁਝ ਬੋਲਦਾ ਹੀ ਰਹਿੰਦਾ। ਜੋਰ ਨਾ ਮੰਗਣ, ਦੇਣ ਨਾ ਜੋਰ। ਨਾ ਹੀ ਕਿਸੇ ਦਾ ਕੁਝ ਮੰਗਣ ਵਿੱਚ ਜ਼ੋਰ ਹੈ ਵੀ ਮੈਂ ਆਪਣੇ ਜ਼ੋਰ ਦੇ ਨਾਲ ਕੁਝ ਮੰਗ ਲਵਾਂਗਾ। ਜਦੋਂ ਮਨੁੱਖ ਮੰਗਦਾ ਹੈ ਨਾ ਸਾਧ ਸੰਗਤ, ਉਦੋਂ ਵੀ ਕਹਿੰਦੇ ਦੂਜੇ ਦਾ ਬੁਰਾ ਹੀ ਸੋਚਦਾ ਹੈ। ਜਿਵੇਂ ਕਿਸੇ ਮਨੁੱਖ ਨੇ ਤਪ ਕੀਤਾ ਤੇ ਉਸ ਸਮੇਂ ਸ਼ਿਵ ਜੀ ਦੀ ਉਪਾਸਨਾ ਕੀਤੀ। ਸ਼ਿਵ ਜੀ ਪ੍ਰਗਟ ਹੋ ਕੇ ਕਹਿਣ ਲੱਗਿਆ ਵੀ ਗੱਲ ਇਉਂ ਆ, ਜੋ ਤੂੰ ਮੰਗੇਗਾ ਨਾ ਤੇਰੇ ਗਵਾਂਢੀ ਨੂੰ ਦੁੱਗਣਾ ਮਿਲੂਗਾ, ਇਸ ਕਰਕੇ ਸੋਚ ਕੇ ਮੰਗੀ। ਇਹ ਸੋਚਣ ਲੱਗਿਆ ਵੀ ਜੇ ਮੈਂ ਧਨ ਮੰਗ ਲਿਆ, ਮੈਂ ਲੱਖ ਰੁਪਈਆ ਮੰਗ ਲਿਆ ਤੇ ਉਹਨੂੰ 2 ਲੱਖ ਮਿਲ ਜਾਣਾ। ਤੇ ਸਾਧ ਸੰਗਤ ਫਿਰ ਮਨ ਵਿੱਚ ਸੋਚਿਆ ਵੀ ਉਹਦਾ ਭਲਾ ਕਿਉਂ ਕਰਨਾ। ਕਹਿੰਦਾ ਵੀ ਮੇਰੇ ਘਰ ਦੇ ਵਿੱਚ ਇੱਕ ਖੂਹ ਬਣ ਜੇ, ਵੀ ਜੇ ਮੇਰੇ ਘਰ 'ਚ ਇੱਕ ਖੂਹ ਬਣੂਗਾ ਉਹਦੇ 2 ਬਣ ਜਾਣਗੇ। ਕਹਿੰਦਾ ਮੇਰੀ ਇੱਕ ਅੱਖ ਚਲੀ ਜਾਵੇ, ਵੀ ਜੇ ਮੇਰੀ ਇੱਕ ਅੱਖ ਚਲੀ ਗਈ, ਮੈਂ ਇੱਕ ਨਾ ਤਾਂ ਸਾਰੀ ਲਾਉਂਗਾ ਨਾ, ਉਹਦੀਆਂ ਦੋਵੇਂ ਚਲੀਆਂ ਜਾਣਗੀਆਂ। ਇਹੋ ਜਿਹਾ ਮੰਗਦੇ ਨੇ, ਭਾਵ ਆਪਣਾ ਭਲਾ ਤੇ ਦੂਜੇ ਦਾ ਬੁਰਾ। ਸਤਿਗੁਰੂ ਮਹਾਰਾਜ ਕਹਿੰਦੇ ਚੰਗਾ ਮੰਗਣ ਵਿੱਚ ਵੀ ਜ਼ੋਰ ਨਹੀਂ ਹੈ। ਅਸੀਂ ਕਹਿੰਦੇ ਆ ਨਾ ਵੀ ਭਾਈ ਕੁਝ ਚੰਗਾ ਮੰਗੀਏ, ਗੁਰੂ ਤੋਂ ਮੰਗੀਏ ਤਾਂ ਇੱਕ ਨਾਮ ਦੀ ਦਾਤ ਮੰਗੀਏ। ਹੁਣ ਬਾਣੀ ਅੰਦਰ ਮਹਾਰਾਜ ਨੇ ਸਾਨੂੰ ਕਿਹਾ ਮੰਗਣਾ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ। ਜੇ ਤੂੰ ਮੰਗਣ ਹੀ ਲੱਗਿਆ ਤਾਂ ਹਰੀ ਦਾ ਜਸ ਗੁਰੂ ਤੋਂ ਮੰਗਿਆ ਕਰ ਕਿ ਹੇ ਗੁਰੂ, ਹੇ ਪਾਤਸ਼ਾਹ, ਮੈਨੂੰ ਨਾਮ ਦੀ ਦਾਤ, ਮੈਨੂੰ ਬੰਦਗੀ ਦੀ ਦਾਤ, ਸਿੱਖੀ ਦੀ ਦਾਤ ਬਖਸ਼ੋ। ਪਰ ਇਹ ਮੰਗਣਾ ਬੜਾ ਔਖਾ ਹੈ। ਦੇਣ ਨਾ ਜੋਰ। ਤੇ ਸਤਿਗੁਰੂ ਕਹਿੰਦੇ ਭਾਈ ਨਾ ਹੀ ਕਿਸੇ ਦਾ ਕੁਝ ਦੇਣ ਵਿੱਚ ਜ਼ੋਰ ਹੈ। ਮਨੁੱਖ ਆਪੋਂ ਕੁਝ ਦੇ ਵੀ ਨਹੀਂ ਸਕਦਾ। ਸਾਧ ਸੰਗਤ ਜਿਵੇਂ ਹਰੀ ਚੰਦ ਰਾਜਾ ਸੀ ਨਾ, ਇਹਨੇ ਸਾਧ ਸੰਗਤ ਕਿੰਨਾ ਦਾਨ ਕਰਦਾ ਸੀ। ਹਰੀ ਚੰਦ ਦਾਨ ਕਰੈ ਜਸ ਲੇਵੈ, ਬੈਨ ਗੁਰ ਅੰਤ ਨਾ ਪਾਏ ਅਭੇਵੈ, ਆਪ ਭੁਲਾਏ ਆਪੇ ਮਤ ਦੀਵੈ। ਹਰੀ ਚੰਦ ਰਾਜਾ, ਇਹਦਾ ਪਿਤਾ ਸੀ ਤ੍ਰਿਕੰਸ਼ੂ। ਇਹਨੂੰ ਸਾਧ ਸੰਗਤ ਇਹ ਵਾਰਤਾ ਆਉਂਦੀ ਹੈ, ਜਿਹੜਾ ਵਸ਼ਿਸ਼ਟ ਮੁਨੀ ਸੀ, ਉਸ ਨੇ ਆਪਣੇ ਮੰਤਰਾਂ ਦੇ ਨਾਲ ਸਵਰਗ ਭੇਜਣ ਦੀ ਕੋਸ਼ਿਸ਼ ਕੀਤੀ, ਪਰ ਉੱਥੇ ਪਹੁੰਚ ਨਾ ਸਕਿਆ, ਰਸਤੇ 'ਚ ਰਹਿ ਗਿਆ। ਉਧਰੋਂ ਜਿਹੜਾ ਹਰੀ ਚੰਦ ਸੀ, ਇਹਨੇ ਸੋਚਿਆ ਵੀ ਮੈਂ ਜਿਹੜਾ ਵਿਸ਼ਵਾਮਿੱਤਰ ਹੈ ਉਹਨੂੰ ਗੁਰੂ ਧਾਰਨ ਕਰਕੇ ਤੇ ਇਸ ਤਰ੍ਹਾਂ ਮੈਂ ਮਤਲਬ ਖੁਸ਼ ਕਰ ਲਵਾਂਗਾ। ਉਲਟਾ ਵਸ਼ਿਸ਼ਟ ਮੁਨੀ ਕੋਲ ਚਲਿਆ ਗਿਆ ਤੇ ਇੱਧਰੋਂ ਉਹਨੇ ਈਰਖਾ ਕਰਕੇ ਇਹਦਾ ਸਾਰਾ ਬਾਗ ਪੱਟ ਦੇਣਾ ਕੀਤਾ ਸੀ। ਬ੍ਰਾਹਮਣ ਦਾ ਰੂਪ ਧਾਰਨ ਕਰਕੇ ਇਹਦੇ ਕੋਲੋਂ ਦਾਨ ਕਰਵਾ ਲਿਆ ਤੇ ਫਿਰ ਜਿਹੜੇ ਖਜ਼ਾਨੇ ਸਨ ਉਹਨਾਂ ਨੂੰ ਸੁਆਹ ਕਰ ਦਿੱਤਾ ਆਪਣੇ ਮੰਤਰਾਂ ਦੇ ਨਾਲ।
ਰਾਜਾ ਜਿੰਨਾ ਦਾਨ ਕੀਤਾ ਸੀ ਉਹ ਦੇ ਨਾ ਸਕਿਆ, ਜਿਸ ਕਰਕੇ ਚੰਡਾਲਾਂ ਦੀ ਮੰਡੀ ਵਿੱਚ ਜਾ ਕਰਕੇ ਵਿਕਣਾ ਪਿਆ। ਬਹੁਤ ਲੰਮੀ ਵਾਰਤਾ ਹੈ ਹਰੀ ਚੰਦ ਰਾਜੇ ਦੀ, ਇਹਨੂੰ ਮੰਡੀ 'ਚ ਜਾ ਕੇ ਵਿਕਣਾ ਪਿਆ ਸੀ। ਸਤਿਗੁਰੂ ਮਹਾਰਾਜ ਕਹਿੰਦੇ ਤੈਨ ਹਰੀ ਚੰਦ ਪ੍ਰਥਮੀ ਪਤ ਰਾਜੈ। ਬਾਣੀ ਅੰਦਰ ਵੀ ਮਹਾਰਾਜ ਨੇ ਇਹ ਬਚਨ ਕੀਤੇ ਨੇ ਵੀ ਹਰੀ ਚੰਦ ਰਾਜਾ ਜਿਹੜਾ ਸੀ, ਤੈਨ ਪ੍ਰਿਥੀ ਚੰਦ ਹਰੀ ਚੰਦ ਪ੍ਰਥਮੀ ਪਤ ਰਾਜੈ ਕਾਗਦ ਕੀਮ ਨਾ ਪਾਈ। ਕਹਿੰਦੇ ਦਾਨ ਇੰਨਾ ਕਰਦਾ ਸੀ ਪਰ ਕਾਗਜ਼ ਜਿੰਨੀ ਵੀ ਕੀਮਤ ਨਹੀਂ ਪਈ। ਭਾਵ ਇਹਨੇ ਆਪਣਾ ਇੱਕ ਨਿਯਮ ਬਣਾਇਆ ਹੋਇਆ ਸੀ ਵੀ ਮੈਂ ਕੁਝ ਦਾਨ ਕਰਕੇ ਫੇਰ ਹੀ ਕੁਝ ਛਕਣਾ। ਜੰਗਲ ਦੇ ਵਿੱਚ ਗਿਆ ਸੀ, ਭੁੱਖ ਪਿਆਸ ਲੱਗੀ ਤੇ ਉਸ ਸਮੇਂ ਕੋਲੇ ਹੈ ਨਹੀਂ ਸੀ ਕੋਈ, ਤੇ ਵਿਸ਼ਵਾਮਿੱਤਰ ਨੇ ਫਿਰ ਇਹਨੂੰ ਛਲ ਲੈਣਾ ਕੀਤਾ ਸੀ। ਜੇ ਤਾਂ ਇਹ ਨਿਯਮ ਹੁੰਦਾ ਵੀ ਚਲੋ ਜਦੋਂ ਪਰਮਾਤਮਾ ਨੇ ਭੋਜਨ ਦਿੱਤਾ ਉਦੋਂ ਛਕ ਲਓ, ਜਦੋਂ ਸਮਾਂ ਬਣਿਆ ਦਾਨ ਕਰ ਦਿਓ। ਗੁਰਬਾਣੀ 'ਚ ਸਾਨੂੰ ਮਹਾਰਾਜ ਨੇ ਵੰਡ ਕੇ ਛਕਣਾ ਕਿਹਾ ਹੈ, ਪਰ ਉਹਦਾ ਅਰਥ ਕੀ ਹੈ ਵੀ ਤੂੰ ਆਪਣੇ ਹੱਕ ਸੱਚ ਦੀ ਕਿਰਤ ਕਰਕੇ ਉਹਦੇ ਵਿੱਚੋਂ ਦਸਵੰਧ ਕੱਢ ਕੇ ਦੇਈ ਚੱਲ। ਜਿਹੜਾ ਇਹੀ ਸਮਝ ਲੈਣਾ ਵੀ ਲੋਕਾਂ ਤੋਂ ਮੈਂ ਵਡਿਆਈ ਲੈਣੀ ਹੈ ਤੇ ਦਾਨ ਕਰਨਾ ਹੈ, ਉਹ ਕਿਸੇ ਨਾ ਕਿਸੇ ਸਮੇਂ ਵਿਘਨ ਬਣ ਜਾਂਦਾ ਹੈ। ਸਤਿਗੁਰੂ ਮਹਾਰਾਜ ਬਚਨ ਕਰਦੇ ਨੇ ਜੋਰ ਨਾ ਮੰਗਣ ਦੇਣ ਨਾ ਜੋਰ। ਕੋਈ ਮਨੁੱਖ ਪਰਮਾਤਮਾ ਤੋਂ ਕੋਈ ਦਾਤ ਮੰਗਦਾ ਹੈ ਉਹਦੇ ਵਿੱਚ ਵੀ ਜ਼ੋਰ ਨਹੀਂ ਹੈ, ਨਹੀਂ ਤਾਂ ਸਾਰੀ ਮੰਗ ਮੰਗ ਕੇ ਰਾਜੇ ਬਣ ਜਾਣ। ਹੁਣ ਕਿੰਨੀਆਂ ਮੰਗਾਂ ਹੁੰਦੀਆਂ ਨੇ, ਜੇ ਸਾਰੀਆਂ ਪੂਰੀਆਂ ਹੋਣ ਤੇ ਕੋਈ ਕਮੀ ਰਹਿ ਜਾਏਗੀ ਦੱਸੋ? ਉਹ ਤਾਂ ਅਸੀਂ ਮੰਗ ਕੇ ਪੂਰੀ ਕਰ ਲਾਂਗੇ, ਪਰ ਮੰਗਣ ਵਿੱਚ ਵੀ ਜ਼ੋਰ ਨਹੀਂ। ਫਿਰ ਦੇਣ ਵਿੱਚ ਵੀ ਜ਼ੋਰ ਨਹੀਂ ਹੈ ਵੀ ਕੋਈ ਬੰਦਾ ਕਹੇ ਮੈਂ ਦਾਤਾ ਬਣ ਕੇ ਦਾਨ ਕਰਕੇ ਜਸ ਲੈ ਲਵਾਂਗਾ, ਲੋਕਾਂ ਤੋਂ ਇੱਜ਼ਤ ਪ੍ਰਾਪਤ ਕਰ ਲਵਾਂਗਾ ਦਾਨ ਦੇ ਕਰਕੇ। ਜਿਵੇਂ ਮਾਲਕ ਭਾਗੋ ਸੀ, ਇੱਕ ਪਾਸੇ ਤਾਂ ਲੋਕਾਂ ਨੂੰ ਲੁੱਟਦਾ ਸੀ ਤੇ ਇੱਕ ਪਾਸੇ ਲੰਗਰ ਲਾ ਕਰਕੇ ਮਾਲ ਪੂੜੇ ਖਵਾ ਦੇਣੇ ਵੀ ਮੈਂ ਬ੍ਰਹਮ ਭੋਜ ਕੀਤਾ। ਤੇ ਸਤਿਗੁਰੂ ਮਹਾਰਾਜ ਕਹਿੰਦੇ ਇੱਕ ਪਾਸੇ ਤੂੰ ਖੂਨ ਚੂਸਦਾ ਹੈ ਲੋਕਾਂ ਦਾ, ਦੂਜੇ ਪਾਸੇ ਦਾਨ ਕਰੀ ਜਾਂਦਾ, ਇਹਦੇ 'ਚ ਕੀ ਭਲਾ ਭਾਈ? ਦੇਣ ਵਿੱਚ ਵੀ ਜ਼ੋਰ ਨਹੀਂ ਹੈ। ਜੋਰ ਨਾ ਜੀਵਨ ਮਰਨ ਨਹਿ ਜੋਰ। ਜਿਹੜਾ ਅਸੀਂ ਜੀਵਨ ਜਿਉਂਦੇ ਆ ਇਹਦੇ ਵਿੱਚ ਵੀ ਜ਼ੋਰ ਨਹੀਂ ਹੈ। ਜੇ ਪ੍ਰੀਸ਼ਤ ਰਾਜਾ ਹੋਇਆ ਸਾਧ ਸੰਗਤ, ਪ੍ਰੀਸ਼ਤ ਰਾਜਾ ਇਹਨੂੰ ਸ਼ਰਾਪ ਮਿਲਿਆ ਸੀ। ਇਹ ਬਹੁਤ ਲੰਮੀ ਵਾਰਤਾ ਹੈ। ਬਹੁਤ ਧਰਮੀ ਰਾਜਾ ਹੋਇਆ ਪ੍ਰੀਸ਼ਤ। ਕਲਯੁਗ ਨੇ ਇਹਨੂੰ ਬੇਨਤੀ ਕੀਤੀ ਮੈਨੂੰ ਵੀ ਕਿਸੇ ਥਾਂ ਰਹਿਣ ਵਾਸਤੇ ਜਗ੍ਹਾ ਦੇ ਦੇ। ਇਹ ਕਹਿਣ ਲੱਗਿਆ ਵੀ ਹੋਰ ਤਾਂ ਕਿਤੇ ਨਹੀਂ ਥਾਂ ਮਿਲਣੀ, ਤੂੰ ਐਂ ਕਰ ਸੋਨੇ ਤੇ ਨਿਵਾਸ ਕਰ ਲੈ, ਸੋਨੇ ਤੇ ਆਪਣੀ ਥਾਂ ਬਣਾ ਲੈ। ਇੱਕ ਦਿਨ ਸ਼ਿਕਾਰ ਖੇਡਣ ਗਿਆ, ਸ਼ਿਕਾਰ ਇਹਦੇ ਅੱਗੇ ਦੌੜ ਪਿਆ ਤੇ ਓਹਲੇ ਹੋ ਗਿਆ। ਇਹਦੇ ਸਿਰ ਤੇ ਮੁਕਟ ਪਾਇਆ ਹੋਇਆ ਸੀ ਸੋਨੇ ਦਾ ਤੇ ਉਹਦੇ ਤੇ ਕਲਯੁਗ ਦਾ ਵਾਸਾ ਸੀ ਤੇ ਕਲਯੁਗ ਨੇ ਇਹਦੀ ਮੱਤ ਮਾਰਤੀ। ਮੱਤ ਕੀ ਮਾਰੀ? ਅੱਗੇ ਇੱਕ ਰਿਖੀ ਬੈਠਾ ਸੀ ਸਮਾਧੀ ਲਾ ਕੇ। ਉਸ ਰਿਖੀ ਦੇ ਕੋਲ ਜਾ ਕੇ ਪੁੱਛਣ ਲੱਗਿਆ ਵੀ ਮੇਰਾ ਸ਼ਿਕਾਰ ਕਿਹੜੇ ਪਾਸੇ ਗਿਆ, ਮੈਨੂੰ ਦੱਸ। ਤੈਨੂੰ ਪਤਾ ਨਹੀਂ ਮੈਂ ਰਾਜਾ, ਤੂੰ ਮੇਰਾ ਭੈ ਨਹੀਂ ਕਰਦਾ, ਅੱਖਾਂ ਖੋਲ। ਕਈ ਤਰ੍ਹਾਂ ਦੀਆਂ ਗੱਲਾਂ ਬੋਲੀਆਂ। ਉਹ ਬੈਠਾ ਰਿਹਾ ਉਸੇ ਤਰ੍ਹਾਂ ਸਮਾਧੀ ਵਿੱਚ। ਇਹਨੇ ਕਈ ਤਰ੍ਹਾਂ ਉਹਨੂੰ ਪੁੱਛਿਆ। ਫਿਰ ਜਾਂਦੇ ਜਾਂਦੇ ਨੇ ਉੱਥੇ ਮਰਿਆ ਹੋਇਆ ਸੱਪ ਪਿਆ ਸੀ, ਗਲੇ 'ਚ ਪਾ ਕੇ ਚਲਿਆ ਗਿਆ। ਉਸ ਰਿਖੀ ਦਾ ਚੇਲਾ ਉਹ ਵੀ ਸਾਧ ਸੰਗਤ ਤਪੱਸਿਆ ਕਰਕੇ ਵਰ ਲੈ ਕੇ ਆ ਰਿਹਾ ਸੀ ਬ੍ਰਹਮਾ ਤੋਂ। ਉਹਨੂੰ ਵਰ ਮਿਲਿਆ ਸੀ ਵੀ ਜਿਹੜਾ ਤੂੰ ਬਚਨ ਕਰੇਗਾ ਉਹ 7ਵੇਂ ਦਿਨ ਪੂਰਾ ਹੋ ਜਾਊ। ਜਦੋਂ ਉਹਨੇ ਆ ਕੇ ਦੇਖਿਆ ਵੀ ਮੇਰੇ ਗੁਰੂ ਦਾ, ਮੇਰੇ ਰਿਖੀ ਮਹਾਤਮਾ ਦਾ ਕਿਸੇ ਨੇ ਨਿਰਾਦਰ ਕੀਤਾ, ਗਲੇ 'ਚ ਮਰਿਆ ਸੱਪ ਪਾ ਗਿਆ, ਕਿੱਡੀ ਮਾੜੀ ਗੱਲ ਹੈ।
ਕਿਤੇ ਤਾਂ ਮਹਾਤਮਾ ਨੂੰ ਨਮਸਕਾਰ ਕਰਨੀ ਚਾਹੀਦੀ ਹੈ, ਕਿਤੇ ਨਿਰਾਦਰ ਕੀਤਾ। ਕਹਿੰਦਾ ਵੀ ਅੱਜ ਤੋਂ 7ਵੇਂ ਦਿਨ ਮਰ ਜੇ। ਨਾਲ ਦੀ ਨਾਲ ਸ਼ਰਾਪ ਦੇ ਦਿੱਤਾ। ਜਦੋਂ ਇਸ ਰਿਖੀ ਨੂੰ ਪਤਾ ਲੱਗਿਆ, ਕਹਿੰਦਾ ਵੀ ਤੂੰ ਠੀਕ ਨਹੀਂ ਕੀਤਾ। ਉਹ ਤਾਂ ਕਲਯੁਗ ਕਰਕੇ ਉਹਦੀ ਮੱਤ ਮਾਰੀ ਗਈ, ਪਰ ਹੈ ਬੜਾ ਧਰਮਾਤਮਾ ਰਾਜਾ। ਫਿਰ ਉਹਨੂੰ ਸੁਚੇਤ ਕਰ ਦਿੱਤਾ ਵੀ ਤੂੰ ਆਪਣਾ ਬਚਾਅ ਕਰ ਲੈ, 7ਵੇਂ ਦਿਨ ਤੇਰੀ ਮੌਤ ਹੋ ਜਾਣੀ। ਉਸ ਰਾਜੇ ਨੇ ਸਾਧ ਸੰਗਤ ਗੰਗਾ ਦੀਆਂ ਲਹਿਰਾਂ ਤੇ ਸੀਸੇ ਦਾ ਮਹਿਲ ਬਣਾਉਣਾ ਕੀਤਾ। ਜਿਵੇਂ ਇਹ ਵਾਰਤਾ ਹੁੰਦੀ ਹੈ। ਫਿਰ ਭਾਗਵਤ ਗੀਤਾ ਦਾ ਪਾਠ ਸ਼ੁਰੂ ਕਰਾਇਆ। ਇਹਨੂੰ ਮਾਰਨ ਵਾਸਤੇ ਤੱਛਕ ਨਾਗ ਨੇ ਆਉਣਾ ਸੀ। ਜਿਹੜਾ ਤੱਛਕ ਨਾਗ ਹੈ ਨਾ, ਉਹਨੇ ਇਹਨੂੰ ਮਾਰਨ ਵਾਸਤੇ ਤੁਰ ਪਿਆ ਤੇ ਇਹਨੇ ਸਾਧ ਸੰਗਤ ਧਨੰਤਰ ਵੈਦ ਨੂੰ ਬੁਲਾ ਲੈਣਾ ਕੀਤਾ। ਦੋਹਾਂ ਦੀ ਰਸਤੇ ਵਿੱਚ ਭੇਟ ਹੋਈ। ਜਿਹੜਾ ਤੱਛਕ ਨਾਗ ਹੈ ਉਹ ਧਨੰਤਰ ਵੈਦ ਨੂੰ ਕਹਿੰਦਾ ਵੀ ਤੇਰੇ 'ਚ ਕੀ ਤਾਕਤ ਹੈ। ਉਹ ਕਹਿੰਦਾ ਤੇਰੇ 'ਚ ਕੀ ਤਾਕਤ ਆ, ਪਹਿਲਾਂ ਤੂੰ ਦੱਸ। ਉਹਨੇ ਸਾਧ ਸੰਗਤ ਇੱਕ ਲੱਕੜਹਾਰਾ ਲੱਕੜਾਂ ਕੱਟ ਰਿਹਾ ਸੀ ਦਰਖਤ ਤੇ, ਫੰਕਾਰਾ ਮਾਰਿਆ, ਸਾਰਾ ਕੁਝ ਸਵਾਹ ਕਰਤਾ। ਨਾਲ ਲੱਕੜਹਾਰਾ ਵੀ, ਨਾਲੇ ਉਹ ਦਰਖਤ, ਫੰਕਾਰੇ ਨਾਲ ਹੀ। ਤੇ ਤੱਛਕ ਜਿਹੜਾ ਨਾਗ ਸੀ, ਉਹਨੇ ਜਦੋਂ ਫੰਕਾਰਾ ਮਾਰਿਆ ਨਾ, ਸਾਰਾ ਕੁਝ ਸਵਾਹ ਕਰਤਾ। ਤੇ ਉਧਰ ਜਿਹੜਾ ਧਨੰਤਰ ਵੈਦ ਸੀ, ਉਹਨੇ ਆਪਣੀ ਨਿਗਾਹ ਦੇ ਨਾਲ ਹੀ ਸਾਰਾ ਕੁਝ ਉਵੇਂ ਬਣਾਤਾ। ਕਹਿੰਦਾ ਮੇਰੀ ਨਿਗਾਹ 'ਚ ਇੰਨੀ ਤਾਕਤ ਹੈ, ਮੈਂ ਸਭ ਕੁਝ ਠੀਕ ਕਰ ਦਿੰਦਾ ਪਹਿਲਾਂ ਵਾਂਗੂ। ਇਹਨੇ ਸੋਚਿਆ ਵੀ ਜੇ ਮੈਂ ਉਸ ਰਾਜੇ ਨੂੰ ਮਾਰੂੰਗਾ ਤੇ ਇਹਨੇ ਫੇਰ ਜਿਉਂਦਾ ਕਰ ਦੇਣਾ, ਪਹਿਲਾਂ ਇਹਨੂੰ ਹੀ ਮਾਰੀਏ ਕਿਵੇਂ ਨਾ ਕਿਵੇਂ। ਉਸ ਸਮੇਂ ਕਹਿੰਦੇ ਰਸਤੇ ਵਿੱਚ ਜਾ ਕਰਕੇ ਸੋਨੇ ਦੀ ਸੋਟੀ ਬਣ ਕੇ ਪੈ ਗਿਆ, ਜਿਵੇਂ ਇਹ ਲਿਖਿਆ ਹੁੰਦਾ ਹੈ। ਧਨੰਤਰ ਵੈਦ ਜਾ ਰਿਹਾ, ਉਹਨੇ ਦੇਖਿਆ ਸੋਨੇ ਦੀ ਸੋਟੀ ਪਈ ਹੈ, ਚੱਕ ਲਈ ਤੇ ਉਹਨੂੰ ਆਪਣੇ ਹੱਥ ਦੇ ਨਾਲ ਹਿਲਾਉਣ ਲੱਗਿਆ। ਜਿਵੇਂ ਬੰਦੇ ਦੀ ਆਦਤ ਹੁੰਦੀ ਹੈ ਨਾ, ਹੱਥੇ ਸੋਟੀ ਫੜੇ ਹੋਵੇ, ਉਹਨੂੰ ਕਿਤੇ ਇੱਧਰ ਹਿਲਾਉਂਦਾ, ਕਿਤੇ ਉੱਧਰ। ਇਹਦੀ ਪਿੱਠ 'ਚ ਖੁਰਕ ਹੋਈ। ਇਹਨੇ ਸੋਚਿਆ ਵੀ ਚੱਲ ਉਹ ਖੁਰਕ ਵੀ ਇਹਦੇ ਨਾਲ ਹੀ ਕਰ ਲੈਂਦੇ ਆ। ਆਪਣੇ ਖੂੰਡੀ ਦੇ ਨਾਲ ਜਦੋਂ ਖੁਰਕ ਕਰਨ ਲੱਗਿਆ, ਉਹਨੇ ਡੰਗ ਮਾਰਿਆ ਤੇ ਉੱਥੇ ਇਹਦੀ ਨਿਗਾਹ ਨਹੀਂ ਸੀ ਪਹੁੰਚ ਸਕਦੀ, ਨਿਗਾਹ 'ਚ ਹੀ ਅੰਮ੍ਰਿਤ ਸੀ, ਤੇ ਉੱਥੇ ਧਨੰਤਰ ਵੈਦ ਹੀ ਮਾਰਿਆ ਗਿਆ। ਫਿਰ ਇਹ ਜਦੋਂ ਉੱਥੇ ਪਹੁੰਚਿਆ, ਇਹਨੇ ਦੇਖਿਆ ਵੀ ਚਾਰੇ ਪਾਸੇ ਪੂਰੇ ਪ੍ਰਬੰਧ ਕੀਤੇ ਹੋਏ ਨੇ, ਮੇਰਾ ਅੰਦਰ ਜਾਣਾ ਬਹੁਤ ਮੁਸ਼ਕਲ ਹੈ। ਫਿਰ ਇੱਕ ਦਾਸੀ ਨੇ ਫੁੱਲ ਲੈ ਕੇ ਜਾਣੇ ਸੀ। ਜਦੋਂ ਗੀਤਾ ਦੇ ਜਿਹੜੇ ਭਾਗਵਤ ਗੀਤਾ ਦਾ ਪਾਠ ਚੱਲ ਰਿਹਾ ਸੀ ਨਾ, ਭੋਗ ਪੈਣਾ ਸੀ, ਸਮਾਪਤੀ ਹੋਣੀ ਸੀ, ਫੁੱਲ ਭੇਟਾ ਕਰਨੇ ਸੀ ਰਾਜੇ ਨੇ। ਜਿਹੜੀ ਦਾਸੀ ਫੁੱਲ ਲਿਜਾ ਰਹੀ ਸੀ, ਉਹਦੇ 'ਚ ਕੀੜੀ ਬਣ ਕੇ ਬੈਠ ਗਿਆ। ਜਦੋਂ ਰਾਜੇ ਨੇ ਭਾਗਵਤ ਗੀਤਾ ਦੇ ਪਾਠ ਦੇ ਭੋਗ ਤੇ ਫੁੱਲ ਅਰਪਣ ਲੱਗਿਆ ਤੇ ਉਹਨਾਂ ਫੁੱਲਾਂ ਨੂੰ ਸੁੰਘਿਆ, ਵਿੱਚ ਬੈਠਾ ਸੀਗਾ ਕੀੜੀ ਬਣ ਕੇ, ਤੇ ਨਾਲ ਹੀ ਸਵਾਸ ਖਿੱਚ ਲਈ, ਉੱਥੇ ਢੇਰੀ ਕਰਤਾ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਹਿਸਕ੍ਰਿਤੀ ਬਾਣੀ ਅੰਦਰ ਬਚਨ ਕੀਤਾ, ਬਲਵੰਤ ਬਹੁਤ ਯਤਨ ਕਰਤਾ ਬਲਵੰਤਕਾਰੀ, ਸੇਵੰਤ ਸੂਰਾ ਚਤੁਰ ਦਿਸ ਹੈ। ਬਹੁਤ ਯਤਨ ਕੀਤੇ ਮਹਾਰਾਜ ਕਹਿੰਦੇ ਨੇ ਬਚਨ ਵਾਸਤੇ, ਪਰ ਹੋਵੰਤ ਆਗਿਆ ਭਗਵਾਨ ਪੁਰਖ ਹੈ, ਨਾਨਕ ਕੀਟੀ ਸਾਸ ਅਕਰਖ ਤੇ। ਜਦੋਂ ਪਰਮੇਸ਼ਰ ਦੀ ਆਗਿਆ ਹੋਈ ਤੇ ਕੀੜੀ ਬਣ ਕੇ ਸਵਾਸ ਖਿੱਚ ਲਏ ਇਹਦੇ। ਇਸ ਤਰ੍ਹਾਂ ਜ਼ੋਰ ਨਾ ਜੀਵਨ, ਕਿਸੇ ਦਾ ਜਿਉਣ ਵਿੱਚ ਵੀ ਜ਼ੋਰ ਨਹੀਂ ਹੈ। ਮਰਨ ਨਹਿ ਜ਼ੋਰ, ਤੇ ਨਾ ਹੀ ਮਰਨ ਵਿੱਚ ਜ਼ੋਰ ਹੈ। ਇਸ ਤਰ੍ਹਾਂ ਸਾਧ ਸੰਗਤ ਮਹਾਰਾਜ ਬਚਨ ਕਰਦੇ ਨੇ, ਭਾਈ ਕੋਈ ਕਿੰਨੇ ਯਤਨ ਕਰ ਲਵੇ, ਆਪਣੇ ਜਿੱਥੇ ਮੌਤ ਆ ਜਾਂਦੀ ਹੈ ਨਾ, ਉਹਦੇ ਅੱਗੇ ਜਿਉ ਨਹੀਂ ਸਕਦਾ। ਤੇ ਜਦੋਂ ਪਰਮਾਤਮਾ ਚਾਹੁੰਦਾ ਹੈ ਕਿ ਇਸ ਨੇ ਜੀਵਨ ਜਿਉਣਾ ਹੈ, ਤੇ ਉਹਨੂੰ ਕੋਈ ਮਾਰ ਨਹੀਂ ਸਕਦਾ। ਇਹ ਵੀ ਸਾਖੀ ਲੰਮੀ ਹੈ,